ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus हेयर ऑयल जिस ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ। ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਮਨਜੀਤ ਸਿੰਘ ਰੁਮਾਣਾ। ਯੂਨੀਵਰਸਿਟੀ ਇੰਸਟੀਚਿਊਟ ਆਫ ਲਾਜ਼ ਦੀ NSS ਯੂਨਿਟ ਵੱਲੋਂ ਡਾਇਰੈਕਟਰ ਪ੍ਰੋਫੈਸਰ ਡਾਕਟਰ ਅਮਨ ਅਮਰਤ ਚੀਮਾ ਦੀ ਯੋਗ ਅਗਵਾਈ ਨਾਲ 1 ਅਕਤੂਬਰ 2023 ਨੂੰ ਸਵੇਰੇ 10 ਵਜੇ ਸਵੱਛਤਾ ਲਈ 1 ਘੰਟਾ ਸ਼੍ਰਮਦਾਨ ਪ੍ਰੋਗਰਾਮ NSS ਦੇ ਡਾਇਰੈਕਟੋਰੇਟ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਫਾਈ ਅਭਿਆਨ ਚਲਾਇਆ ਗਿਆ। ਸਮਾਗਮ ਦੇ ਸਰਪ੍ਰਸਤ ਪ੍ਰੋਫੈਸਰ ਡਾਕਟਰ ਅਮਨ ਅਮਰਤ ਚੀਮਾ ਡਾਇਰੈਕਟਰ PURC ਲੁਧਿਆਣਾ ਨੇ ਵਿਦਿਆਰਥੀਆਂ ਨੂੰ ਆਪਣੇ ਯੋਗ ਸ਼ਬਦਾਂ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਫਾਈ ਸਿਰਫ ਕਹਿਣ ਨਾਲ ਨਹੀਂ ਹੋਵੇਗੀ, ਸਾਨੂੰ ਬਦਲਾਅ ਲਿਆਉਣ ਲਈ ਪਹਿਲ ਕਦਮੀ ਕਰਨੀ ਪਵੇਗੀ। ਜਿਵੇਂ ਕਿ ਕਹਾਵਤ ਹੈ, ਸਵੱਛਤਾ ਘਰ ਤੋਂ ਸ਼ੁਰੂ ਹੁੰਦੀ ਹੈ। ਸਾਨੂੰ ਪਹਿਲਾਂ ਆਪਣੇ ਆਲੇ ਦੁਆਲੇ ਦੀ ਸਫਾਈ ਯਕੀਨੀ ਬਣਾਉਣੀ ਪਵੇਗੀ। ਇਸ ਸਮਾਗਮ ਦਾ ਸੰਚਾਲਨ ਪ੍ਰੋਗਰਾਮ ਅਫਸਰ ਡਾਕਟਰ ਪੂਜਾ ਸਿੱਕਾ ਤੇ ਫੈਕਲਟੀ ਕੋਆਰਡੀਨੇਟਰ ਐਡਵੋਕੇਟ ਸੁਨੀਲ ਮਿੱਤਲ ਅਤੇ ਸ਼੍ਰੀਮਤੀ ਸੁਮਨਪ੍ਰੀਤ ਕੌਰ ਨੇ ਕੀਤਾ। ਸਮਾਗਮ ਦੌਰਾਨ ਸਮੂਹ ਫੈਕਲਟੀ ਮੈਂਬਰਾਂ, ਪ੍ਰਬੰਧਕੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦਾ ਪ੍ਰਣ ਲਿਆ। ਉਪਰੰਤ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਕੈਂਪਸ ਅਤੇ ਆਲੇ ਦੁਆਲੇ ਦੀ ਸਫਾਈ ਕਰ ਸਵੱਛਤਾ ਮੁਹਿੰਮ ਨੂੰ ਅੱਗੇ ਤੋਰਿਆ ਤੇ ਭਵਿੱਖ ਵਿੱਚ ਅਜਿਹੇ ਹੋਰ ਸਮਾਗਮ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮਹੱਤਵਪੂਰਨ ਸਮਾਗਮ ਦਾ ਤਾਲਮੇਲ ਵਿਦਿਆਰਥੀ ਕੋਆਰਡੀਨੇਟਰਾਂ ਦੁਆਰਾ ਕੀਤਾ ਗਿਆ। ਵਿਭਾਗ ਦੇ ਪ੍ਰਤੀਨਿਧੀ ਸਾਹਿਲ ਕਾਲੀ ਰਮਨ LLB ਦੂਸਰਾ ਸਾਲ, ਹਾਰਦਿਕ BA LLB ਚੌਥਾ ਸਾਲ, ਜੀਸਸ ਗੋਇਲ BA LLB ਤੀਸਰਾ ਸਾਲ ਅਤੇ ਕਮਰੀਤ ਕੌਰ BA LLB ਪੰਜਵਾਂ ਸਾਲ। ਇਸ ਸਮੂਹਿਕ ਯਤਨ ਦਾ ਉਦੇਸ਼ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਅਤੇ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ। ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus हेयर ऑयल जिस ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ। ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਮਨਜੀਤ ਸਿੰਘ ਰੁਮਾਣਾ। ਵਿਧਾਨ ਸਭਾ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਾਰਡ ਨੰਬਰ 45 ਜੋ ਕਿ ਪਹਿਲਾਂ ਵਾਰਡ ਨੰਬਰ 41 ਸੀ 'ਚ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਪ੍ਰੋਜੈਕਟ ਤੇ ਕਰੀਬ 28,36,00,000 ਲਾਗਤ ਆਵੇਗੀ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਨਿਰਮਾਣ ਕਾਰਜ ਤੈਅ ਸਮੇਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ। ਬੇਨਿਯਮੀਆਂ ਪਾਏ ਜਾਣ ਤੇ ਸੰਬੰਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਹਰ ਗਲੀ ਸੜਕ ਨੂੰ ਇੱਕ-ਇੱਕ ਕਰਕੇ ਪੱਕਾ ਕੀਤਾ ਜਾਵੇਗਾ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus हेयर ऑयल जिस ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ। ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਮਨਜੀਤ ਸਿੰਘ ਰੁਮਾਣਾ। ਸਵੱਛ ਭਾਰਤ ਮਿਸ਼ਨ ਤਹਿਤ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਰਿਹਾਇਸ਼ੀ ਕਲੋਨੀਆਂ ਵਿਖੇ 15 ਸਤੰਬਰ ਤੋਂ 1 ਅਕਤੂਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਸ਼ਾਸਕ ਗਲਾਡਾ ਸਾਗਰ ਸ਼੍ਰੀ ਸੇਤੀਆ ਨੇ ਦੱਸਿਆ ਕਿ ਅਥਾਰਟੀ ਵੱਲੋਂ ਸੈਕਟਰ 32A, ਸੈਕਟਰ 33 ਸੰਜੇ ਗਾਂਧੀ ਕਲੋਨੀ, ਸੈਕਟਰ 40 ਅਤੇ ਅਰਬਨ ਅਸਟੇਟ ਫੇਜ਼ 3 ਦੁਗਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ। ਉਹਨਾਂ ਦੱਸਿਆ ਕਿ ਇਸ 15 ਦਿਨਾਂ ਲੰਬੀ ਮੁਹਿੰਮ ਦੌਰਾਨ ਸਫਾਈ ਦੇ ਹੋਰ ਕੰਮਾਂ ਤੋਂ ਇਲਾਵਾ ਕੂੜਾ ਅਤੇ ਮਲਬਾ ਚੁੱਕਣ ਨੂੰ ਵੀ ਯਕੀਨੀ ਬਣਾਇਆ ਗਿਆ ਅਤੇ ਸੈਕਟਰ 40 ਸਥਿਤ MIG ਫਲੈਟਾਂ ਦੇ ਵਸਨੀਕਾਂ ਨੂੰ ਕੂੜੇਦਾਨ ਵੀ ਵੰਡੇ ਗਏ ਤਾਂ ਜੋ ਕੂੜੇ ਦੀ ਮਹੱਤਤਾ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਮੁੱਖ ਪ੍ਰਸ਼ਾਸਕ ਸ਼੍ਰੀ ਸੇਤੀਆ ਵੱਲੋਂ ਅਧਿਕਾਰੀਆਂ ਨੂੰ ਅਜਿਹੀਆਂ ਸਫਾਈ ਮੁਹਿੰਮਾਂ ਨੂੰ ਸਮੇਂ-ਸਮੇਂ ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਵਿੱਚ ਸਫਾਈ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਲਾਡਾ ਨਾਲ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰ ਬਣਨ ਤਾਂ ਜੋ ਸਾਰਿਆਂ ਲਈ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਿਆ ਜਾ ਸਕੇ।
ਸ਼੍ਰੀ ਸੇਤੀਆ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਅਥਾਰਟੀ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਜਾਰੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਸਫਾਈ ਨੂੰ ਤਵੱਜੋ ਦੇਣ। ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus हेयर ऑयल ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ। ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ। ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਮਨਜੀਤ ਸਿੰਘ ਰੁਮਾਣਾ। ਲੁਧਿਆਣਾ ਵਿੱਚ ਮੁੰਜਾਲ ਬਰਮਿੰਘਮ ਯੂਨੀਵਰਸਿਟੀ ਸੈਂਟਰ ਆਫ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ BCM ਫਾਊਂਡੇਸ਼ਨ ਹੀਰੋ ਗਰੁੱਪ ਅਤੇ ਬਰਮਿੰਘਮ ਸਿਟੀ ਯੂਨੀਵਰਸਿਟੀ BACU UK ਦਾ ਇੱਕ ਸਾਂਝਾ ਉਦਮ ਹੈ ਜਿਸ ਦਾ ਉਦੇਸ਼ ਖੇਤਰ ਵਿੱਚ ਉਦਯੋਗਿਕ ਨਵੀਨਤਾ ਅਤੇ ਸਟਾਰਟਅਪ ਨੂੰ ਉਤਸ਼ਾਹਿਤ ਕਰਨਾ ਹੈ। MBCIE ਨੂੰ ਨਵੀਨਤਾ ਖੋਜ ਅਤੇ ਸਿਰਜਣਾਤਮਕ ਉਤਪਾਦਨ ਦੇ ਇੱਕ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ ਜਿੱਥੇ ਟੈਕਨੋਲੋਜੀ, ਆਰਟ ਅਤੇ ਡਿਜ਼ਾਈਨ ਉਦਯੋਗਿਕ ਪੁਨਰ ਸੁਰਜੀਤ ਨੂੰ ਗਤੀ ਦਿੰਦੇ ਹੋਏ ਇਨੋਵੇਸ਼ਨਸ ਅਤੇ ਕ੍ਰੀਏਟੀਵਿਟੀ ਦਾ ਪੋਸ਼ਣ ਕਰਦੇ ਹਨ। BCU ਦੇ ਸਹਿਯੋਗ ਨਾਲ ਸਟੀਮ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਕਲਾ ਅਤੇ ਗਣਿਤ ਦ੍ਰਿਸ਼ਟੀਕੋਣ ਦੇ ਆਧਾਰ ਤੇ ਪੋਸਟ ਗ੍ਰੈਜੂਏਟ, ਅੰਡਰ ਗ੍ਰੈਜੂਏਟ ਅਤੇ ਸ਼ਾਰਟ ਟਰਮ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। MBCIE ਨੇ ਅੱਜ ਲੁਧਿਆਣਾ ਵਿੱਚ ਆਪਣੀ ਪ੍ਰਮੁੱਖ ਵਿਦਿਅਕ ਪੇਸ਼ਕਸ਼ ਮਾਸਟਰਸ ਇਨ ਅਪਲਾਈਡ ਮੈਟਾਵਰਸ ਅਤੇ ਡਿਜੀਟਲ ਲੀਡਰਸ਼ਿਪ ਪ੍ਰੋਗਰਾਮ ਦਾ ਮਾਣ ਨਾਲ ਉਦਘਾਟਨ ਕੀਤਾ। ਇਹ ਡਿਜੀਟਲ ਟੈਕਨੋਲੋਜੀ ਅਤੇ ਨਵੀਨਤਾ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਲੈਂਡਸਕੇਪ ਦੇ ਅਨੁਸਾਰ ਅਤੀ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਮੌਕੇ ਤੇ ਹੀਰੋ ਸਾਈਕਲਸ ਦੇ ਵਾਈਸ ਚੇਅਰਮੈਨ ਸ਼੍ਰੀ SK ਰਾਏ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਮੈਟਾਵਰਸ ਇੱਕ ਵਿਸ਼ਾਲ ਡਿਜੀਟਲ ਬ੍ਰਹਿਮੰਡ ਹੈ ਜਿਸ ਵਿੱਚ ਅਗਮੈਂਟਡ ਰਿਐਲਿਟੀ, ਵਰਚੁਅਲ ਰਿਐਲਿਟੀ, ਮਿਕਸਡ ਰਿਐਲਿਟੀ ਅਤੇ ਹੋਰ ਪਰਿਵਰਤਨਸ਼ੀਲ ਟੈਕਨੋਲੋਜੀਆਂ ਸ਼ਾਮਲ ਹਨ। ਮੈਟਾਵਰਸ ਬੇਮਿਸਾਲ ਵਿਕਾਸ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਹ ਉਦਯੋਗਾਂ ਅਤੇ ਸਿੱਖਿਆ ਨੂੰ ਮੁੜ ਆਕਾਰ ਦੇ ਰਿਹਾ ਹੈ, ਜੁੜਾਅ ਅਤੇ ਆਪਸੀ ਤਾਲਮੇਲ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਮੈਟਾਵਰਸ ਟੈਕਨੋਲੋਜੀ ਨਾਲ ਸੰਬੰਧਿਤ ਨੌਕਰੀ ਦੇ ਮੌਕਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। 2021 ਤੋਂ ਲਿਸਟਿੰਗ ਵਿੱਚ 150% ਤੋਂ ਵੱਧ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ MBCIE BCU ਨਾਲ ਸਮਝੌਤਾ ਕਰਕੇ ਭਵਿੱਖ ਲਈ ਅਤਿਅੰਤ ਮਹੱਤਵ ਵਾਲੇ ਵਿਸ਼ਿਆਂ ਨੂੰ ਸ਼ਾਮਲ ਕਰਨ ਵਾਲੇ ਘੱਟੋ-ਘੱਟ 4 ਹੋਰ ਕੋਰਸ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗਾ ਜੋ ਅਜੇ ਤੱਕ ਪੰਜਾਬ ਵਿੱਚ ਸ਼ੁਰੂ ਨਹੀਂ ਕੀਤੇ ਗਏ ਹਨ। MBCIE ਦਾ ਇੱਕੋ ਇੱਕ ਫੋਕਸ ਪੰਜਾਬ ਦੇ ਵਿਦਿਆਰਥੀਆਂ ਨੂੰ ਡਿਜੀਟਲ ਲੀਡਰਸ਼ਿਪ ਨਾਲ ਸੰਬੰਧਿਤ ਭਵਿੱਖ ਦੀਆਂ ਤਕਨੀਕਾਂ ਵਿੱਚ ਤਿਆਰ ਕਰਨਾ ਹੈ। ਆਪਣਾ ਮੁੱਖ ਭਾਸ਼ਣ ਦਿੰਦੇ ਹੋਏ BCU ਦੇ ਡਿਪਟੀ ਵਾਈਸ ਚਾਂਸਲਰ ਪ੍ਰੋਫੈਸਰ ਜੂਲੀਅਨ ਬੀਅਰ ਨੇ ਸਟੀਮ ਆਧਾਰਿਤ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਹਨਾਂ ਨੇ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਭਾਗ ਲੈਣ ਵਾਲੇ ਲਈ ਉਤਸ਼ਾਹਿਤ ਕਰਨ ਵਿੱਚ ਇਸ ਪ੍ਰੋਗਰਾਮ ਦੀ ਵਿਲੱਖਣਤਾ ਤੇ ਜ਼ੋਰ ਦਿੱਤਾ ਹੈ। ਪ੍ਰੋਫੈਸਰ ਬੀਅਰ ਨੇ ਦੱਸਿਆ ਕਿ ਪ੍ਰੋਗਰਾਮ ਦੀ ਮਹੱਤਤਾ ਸਿਰਫ ਜਾਣਕਾਰੀ ਪ੍ਰਾਪਤ ਤੋਂ ਪਰੇ ਹੈ। ਇਹ ਸੰਪਰਕ ਨੂੰ ਉਤਸ਼ਾਹਿਤ ਕਰਨ, ਦ੍ਰਿਸ਼ਟੀਕੋਣਾਂ ਨੂੰ ਢਾਲਣ ਅਤੇ ਸਦਾ ਵਿਕਾਸਸ਼ੀਲ ਮੈਟਾਵਰਸ ਅਤੇ ਡਿਜੀਟਲ ਕਾਰੋਬਾਰੀ ਵਾਤਾਵਰਣ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਵਿਵਹਾਰਕ ਗਿਆਨ ਨੂੰ ਪੈਦਾ ਕਰਨ ਬਾਰੇ ਹੈ। ਸਟੀਮ ਦ੍ਰਿਸ਼ਟੀਕੋਣ ਨੂੰ ਅਪਣਾ ਕੇ ਅਤੇ ਅੰਤਰ ਅਨੁਸ਼ਾਸਨੀ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਦੁਆਰਾ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਟੈਕਨੋਲੋਜੀ ਅਤੇ ਕਾਰੋਬਾਰ ਦੇ ਗਤੀਸ਼ੀਲ ਸੰਸਾਰ ਵਿੱਚ ਅਨੁਕੂਲ ਦੂਰਦਰਸ਼ੀ ਲੀਡਰ ਬਣਨ ਵਿੱਚ ਮਜ਼ਬੂਤੀ ਪ੍ਰਦਾਨ ਕਰਦਾ ਹੈ। ਸ਼੍ਰੀ ਸੁਨੀਲ ਕਾਂਤ ਮੁੰਜਾਲ ਚੇਅਰਮੈਨ MBCIE ਨੇ ਕਿਹਾ ਕਿ ਮੈਟਾਵਰਸ ਟੈਕਨੋਲੋਜੀ ਨੂੰ ਗੇਮਿੰਗ, ਮਨੋਰੰਜਨ, ਸਿੱਖਿਆ ਅਤੇ ਕਾਰੋਬਾਰਾਂ ਸਮੇਤ ਵੱਖ-ਵੱਖ ਉਦਯੋਗਾਂ ਦੁਆਰਾ ਸਰਗਰਮੀ ਨਾਲ ਅਪਣਾਇਆ ਜਾ ਰਿਹਾ ਹੈ। ਇਹਨਾਂ ਸੈਕਟਰਾਂ ਵਿੱਚ ਕੰਪਨੀਆਂ ਸਰਗਰਮੀ ਨਾਲ 3D ਡਿਜ਼ਾਈਨਰ, VR ਡਿਵੈਲਪਰ, ਮੈਟਾਵਰਸ ਆਰਕੀਟੈਕਟ, ਵਰਚੁਅਲ ਵਰਲਡ ਬਿਲਡਰ ਅਤੇ ਮੈਟਾਵਰਸ ਸਮੱਗਰੀ ਸਿਰਜਣਹਾਰ ਨੂੰ ਵਰਗੀਆਂ ਮੈਟਾਵਰਸ ਸੰਬੰਧਿਤ ਭੂਮਿਕਾਵਾਂ ਵਿੱਚ ਮਾਹਿਰ ਪ੍ਰਤਿਭਾ ਦੀ ਭਰਤੀ ਕਰ ਰਹੀਆਂ ਹਨ। ਮੈਟਾਵਰਸ ਕੇਵਲ ਇੱਕ ਤਕਨੀਕੀ ਵਰਤਾਰੇ ਨਹੀਂ ਹੈ, ਇਹ ਇੱਕ ਪਰਿਵਰਤਨਸ਼ੀਲ ਸ਼ਕਤੀ ਹੈ ਜੋ ਨਵੀਨਤਾ ਲਿਆ ਰਹੀ ਹੈ ਅਤੇ ਸਾਡੇ ਰਹਿਣ, ਕੰਮ ਕਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਵਾਂ ਰੂਪ ਦੇ ਰਹੀ ਹੈ। ਵਪਾਰਕ ਸੰਸਾਰ ਵਿੱਚ ਮੈਟਾਵਰਸ ਵਰਚੁਅਲ ਸਟੋਰ ਫਰੰਟ, ਵਿਆਪਕ ਉਤਪਾਦ ਡਿਸਪਲੇ, ਗਲੋਬਲ ਸਹਿਯੋਗ ਅਤੇ
ਨਵੀਨਤਾਕਾਰੀ ਮਾਰਕੀਟਿੰਗ ਰਣਨੀਤੀਆਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ। ਇਹ ਗਾਹਕਾਂ ਦੀ ਸ਼ਮੂਲੀਅਤ ਅਤੇ ਸੰਚਾਲਨ ਕੁਸ਼ਲਤਾ ਵਿੱਚ ਕ੍ਰਾਂਤੀ ਲਿਆ ਰਿਹਾ ਹੈ। ਸਿੱਖਿਆ ਦੇ ਖੇਤਰ ਵਿੱਚ ਮੈਟਾਵਰਸ ਯਥਾਰਥਵਾਦੀ ਸਿਮੂਲੇਸ਼ਨ, ਵਰਚੁਅਲ ਕਲਾਸਰੂਮ ਅਤੇ ਇੰਟਰੈਕਟਿਵ ਸਿੱਖਣ ਦੇ ਤਜਰਬੇ ਪ੍ਰਦਾਨ ਕਰ ਰਿਹਾ ਹੈ, ਜੋ ਕਿਤੇ ਵੀ ਪਹੁੰਚਯੋਗ ਹੈ, ਭੂਗੋਲਿਕ ਪਾੜੇ ਨੂੰ ਪੂਰਾ ਕਰਦਾ ਹੈ ਅਤੇ ਸਿੱਖਿਆ ਨੂੰ ਵਧੇਰੇ ਸੰਮਿਲਿਤ ਬਣਾਉਂਦਾ ਹੈ। ਮੈਟਾਵਰਸ ਵੱਖ-ਵੱਖ ਉਦਯੋਗਾਂ ਦਾ ਇੱਕ ਅਨਿੱਖੜਵਾਂ ਅੰਗ ਬਣਨ ਦੇ ਨਾਲ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਵੱਧ ਰਹੀ ਹੈ ਜੋ ਇਸ ਦੀ ਸਮਰੱਥਾ ਨੂੰ ਵਰਤ ਸਕਦੇ ਹਨ। ਮੈਟਾਵਰਸ ਟੈਕਨੋਲੋਜੀ ਵਿੱਚ ਹੁਨਰਮੰਦ ਵਿਦਿਆਰਥੀ ਨਵੀਨਤਾ ਨੂੰ ਅੱਗੇ ਵਧਾਉਣ, ਭਵਿੱਖ ਨੂੰ ਆਕਾਰ ਦੇਣ ਅਤੇ ਡਿਜੀਟਲ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਅਨਲੌਕ ਕਰਨ ਲਈ ਤਿਆਰ ਹਨ। ਪ੍ਰੋਗਰਾਮ ਦੇ ਡਿਜ਼ਾਈਨ ਤੇ ਬੋਲਦੇ ਹੋਏ ਪ੍ਰੋਗਰਾਮ ਲੀਡ ਡਾਕਟਰ ਵਿਜੇ ਵੈਂਕਟੇਸ਼ ਨੇ ਕਿਹਾ ਕਿ ਧਿਆਨ ਨਾਲ ਤਿਆਰ ਕੀਤਾ ਗਿਆ ਮਾਸਟਰ ਪ੍ਰੋਗਰਾਮ ਹੁਨਰਮੰਦ ਪ੍ਰੈਕਟੀਸ਼ਨਰਾਂ, ਕੁਸ਼ਲ ਪ੍ਰਬੰਧਕਾਂ ਅਤੇ ਟੈਕਨੋਲੋਜੀ ਖੇਤਰ ਵਿੱਚ ਦੂਰਦਰਸ਼ੀ ਲੀਡਰਾਂ ਦੀ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਵਿਦਿਆਰਥੀ ਲੁਧਿਆਣਾ ਵਿੱਚ ਆਪਣਾ ਪਹਿਲਾ ਸਮੈਸਟਰ ਕੰਟੀਨਿਊਇੰਗ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨਗੇ। ਉਸ ਤੋਂ ਬਾਅਦ ਸਮੈਸਟਰ ਦੀ ਪੜ੍ਹਾਈ ਅਤੇ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ UK ਕੈਂਪਸ ਵਿੱਚ ਕੈਪਸਟੋਨ ਪ੍ਰੋਜੈਕਟ ਕਰਨਗੇ। ਪ੍ਰੋਗਰਾਮ ਦਾ ਉਦੇਸ਼ ਲੀਡਰਾਂ ਦੀ ਇੱਕ ਨਵੀਂ ਪੀੜ੍ਹੀ ਤਿਆਰ ਕਰਨਾ ਹੈ ਜੋ ਡਿਵੈਲਪਰਸ ਵਜੋਂ ਉੱਤਮ ਹੋਣ ਅਤੇ ਭਵਿੱਖ ਵਿੱਚ ਲੀਡਰਸ਼ਿਪ ਅਤੇ ਪ੍ਰਬੰਧਕੀ ਭੂਮਿਕਾਵਾਂ ਨਿਭਾਉਣ ਲਈ ਤਿਆਰ ਹੋਣ। ਇਹ ਪ੍ਰੋਗਰਾਮ ਪਹਿਲੀ ਸਟੀਮ ਆਧਾਰਿਤ ਡਿਗਰੀ ਹੈ ਜੋ ਵਿਗਿਆਨ, ਟੈਕਨੋਲੋਜੀ, ਇੰਜੀਨੀਅਰ, ਕਲਾ ਅਤੇ ਗਣਿਤ ਦੇ ਏਕੀਕਰਨ 'ਤੇ ਜ਼ੋਰ ਦਿੰਦੀ ਹੈ। ਪਾਠਕ੍ਰਮ ਦੀ ਅੰਤਰ ਅਨੁਸ਼ਾਸਨੀ ਪ੍ਰਕਿਰਤੀ ਵਿਦਿਆਰਥੀ ਨੂੰ ਇੱਕ ਬਹੁਮੁਖੀ ਹੁਨਰ ਸੈੱਟ ਨਾਲ ਲੈਸ ਕਰਦੀ ਹੈ ਜੋ ਰਿਵਾਇਤੀ ਸੀਮਾਵਾਂ ਤੋਂ ਪਰੇ ਜਾਂਦੀ ਹੈ। ਸਾਰੇ ਵਿਸ਼ਿਆਂ ਵਿੱਚ ਸਹਿਯੋਗ ਕਰਕੇ ਵਿਦਿਆਰਥੀਆਂ ਮੈਟਾਵਰਸ ਡਿਜੀਟਲ ਪਰਿਵਰਤਨ ਦੇ ਸੰਦਰਭ ਵਿੱਚ ਟੈਕਨੋਲੋਜੀ ਅਤੇ ਪ੍ਰਬੰਧਨ ਦੇ ਇੰਟਰਸੈਕਸ਼ਨ ਤੇ ਸੂਚਿਤ ਫੈਸਲੇ ਲੈਣ ਦੀ ਯੋਗਤਾ ਪ੍ਰਾਪਤ ਕਰਦੇ ਹਨ। ਚਰਚਾ ਦੀ ਸਮਾਪਤੀ ਕਰਦੇ ਹੋਏ ਡਾਕਟਰ ਪ੍ਰੇਮ ਕੁਮਾਰ, ਕਾਰਜਕਾਰੀ ਨਿਰਦੇਸ਼ਕ MBCEI ਨੇ ਕਿਹਾ ਕਿ MBCEI ਵਿਖੇ ਵਿਦਿਅਕ ਅਨੁਭਵ ਅਕਾਦਮਿਕ ਗਿਆਨ ਤੋਂ ਪਰੇ ਹੈ। ਇਹ ਰਚਨਾਤਮਕ ਅਤੇ ਸਮਾਨ ਸੋਚ ਵਾਲੇ ਵਿਅਕਤੀਆਂ ਦੇ ਇੱਕ ਗਤੀਸ਼ੀਲ ਨੈਟਵਰਕ ਦਾ ਹਿੱਸਾ ਬਣਨ ਬਾਰੇ ਹੈ। ਵਿਦਿਆਰਥੀ ਨਿਰੰਤਰ ਵਿਕਸਿਤ ਹੋ ਰਹੇ ਮੈਟਾਵਰਸ ਅਤੇ ਡਿਜੀਟਲ ਕਾਰੋਬਾਰੀ ਲੈਂਡਸਕੇਪ ਵਿੱਚ ਉੱਤਮ ਹੋਣ ਲਈ ਸਬੰਧ ਬਣਾਉਂਦੇ ਹਨ, ਦ੍ਰਿਸ਼ਟੀਕੋਣਾਂ ਨੂੰ ਆਕਾਰ ਦਿੰਦੇ ਹਨ ਅਤੇ ਲੋੜੀਂਦਾ ਵਿਹਾਰਕ ਗਿਆਨ ਪ੍ਰਾਪਤ ਕਰਦੇ ਹਨ। MBCIE ਅਤੇ MSc ਅਪਲਾਈਡ ਮੈਟਾਵਰਸ ਅਤੇ ਡਿਜੀਟਲ ਲੀਡਰਸ਼ਿਪ ਪ੍ਰੋਗਰਾਮ ਸਿਰਫ ਇੱਕ ਵਿਦਿਅਕ ਯਾਤਰਾ ਨਹੀਂ ਹੈ, ਇਹ ਇੱਕ ਪਰਿਵਰਤਨਸ਼ੀਲ ਅਨੁਭਵ ਹੈ ਜੋ ਵਿਦਿਆਰਥੀਆਂ ਨੂੰ ਮੈਟਾਵਰਸ ਦੇ ਗਤੀਸ਼ੀਲ ਅਤੇ ਇਮਰਸਿਵ ਡਿਜੀਟਲ ਬ੍ਰਹਿਮੰਡ ਵਿੱਚ ਪ੍ਰਫੁੱਲਤ ਹੋਣ ਲਈ ਤਿਆਰ ਕਰਦਾ ਹੈ। ਇਸ ਮੌਕੇ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ, ऐसा है कि पंजाब में एग्रीकल्चर की तो ग्रोथ बहुत अब रही नहीं, ठीक है। इंडस्ट्री भी हम ब्रिक एंड मॉर्टर में हैं, जिसका मैं भी खुद भी उसी में हूँ, बनाने वाले लोग हैं, ठीक है। जो दुनिया है वो सर्विस की तरफ चली गई है और अनफॉर्चुनेटली वो ऐसा पीरियड रहा कि सर्विस में हमको पंजाब पीछे रह गया, सारा बेंगलोर, हैदराबाद वगैरह हो गया। तो मुंजाल फैमिली की ख्वाहिश है, कोशिश है कि किसी भी ढंग से जो मॉडर्न टेक्नोलॉजी उसको यहाँ लाएँ, ठीक है। यूनिवर्सिटीज़ बहुत हैं, हर जगह पढ़ सकते हैं, 30,000 बच्चा पढ़ता है LPU में, तो हम उसका कोई कंपटीशन हम नहीं आ रहे। हम केवल वो टेक्नोलॉजीज़, वो एरियाज़, वो जगह जहाँ पे पंजाब के यूथ को जाना चाहिए, उसको यहाँ आपके डोर स्टेप पे लाने की कोशिश कर रहे हैं। कॉस्ट घटाने की कोशिश कर रहे हैं, वरना तो BCU में एडमिशन करके जा सकते थे। कॉस्ट घटाने की कोशिश करें कि आप यहाँ रहेंगे तो आपका ख़र्चा भी कम होता है और जो ब्रिलियंट लड़के हैं वो आ सकते हैं, घर द्वार बेच करके, ज़मीन बेच के आने की ज़रूरत नहीं। तो अभी कुछ कोर्सेज हम ये लोग आपको एक्सप्लेन करेंगे, CPD मॉड्यूल क्या होता है, कुछ हम यहाँ करेंगे, कुछ वहाँ होगा, धीरे धीरे इसको बढ़ाएंगे। तो आइडिया बेसिकली क्या है, मैंने वहाँ भी कहा कि यूनिवर्सिटीज़ के साथ हमने कम्पीट नहीं करना, हमने केवल वही टेक्नोलॉजी करनी है जो अभी यहाँ पे नहीं अवेलेबल है, लेकिन उसकी फ्यूचर में डिमांड होगी। आज भी डिमांड है, आगे और बढ़ेगी। और हमारा कोई ध्येय एजुकेशन से कोई बिज़नेस वाला कभी भी नहीं रहा। हमने यूनिवर्सिटी किया है और ये उसी इन्वेस्टमेंट का एक हिस्सा है, बड़ा हिस्सा है, बड़े शौक़ से हिस्सा है। ये सुनील कांत मुंजाल की विजन का हिस्सा है। हम तो सोच भी नहीं सकते, उन्होंने कहा मेटावर्स करना, तो
मुझे पहले पता करना पड़ा मेटावर्स भला क्या है, फिर लोग इकट्ठे हुए, टीम बनी। तो आप देख रहे हैं मेरे पास इतने आदमी खड़े हैं जो सबके सब मेटावर्स में इन्वॉल्व हैं। बड़ी भारी टीम, पहले तो इतनी टीम क्रिएट करना बड़ी भारी बात। तो मैं आपके बिहाफ पे, अपने बिहाफ पे सबको थैंक्स करता हूँ कि बहुत शॉर्ट पीरियड में एक बहुत अच्छी टीम की, प्लस बर्मिंघम सिटी यूनिवर्सिटी 7-8 लोग जो पार्टिसिपेट करते वो भी इस टीम के हिस्से। मैंने अभी बोला था कि पंजाब की दो प्रॉब्लम, एक तो जो राय साहब ने अपनी हाईलाइट किया है कि इंडस्ट्री और एग्रीकल्चर एक लेवल पे पहुंच गए हैं और नए नए जो फ्रंटियर हैं ग्रोथ के, स्टार्टअप्स के, एंटरप्रेन्योरशिप के, टेक्नोलॉजी बेस्ड एंटरप्राइजेज़ के, वो अभी पंजाब में नहीं आ रहे। तो अभी आवर एफर्ट हेयर इज़ टू क्रिएट ए प्लेटफॉर्म to bring in technologies like artificial intelligence, cyber security, data analytics, मीडिया राय साहब ने कहा है आप लोगों का एरिया है, और मेटावर्स, ऑगमेंटेड रियलिटी, वर्चुअल रियलिटी, गेमिंग, ये फ्यूचर है। और इसकी एप्लीकेशंस बहुत सारी इंडस्ट्रीज़ में है। मतलब एजुकेशन टेक्नोलॉजी, आने वाली एजुकेशन मेटावर्स में होगी, आने वाली बैंकिंग मेटावर्स में होगी, आने वाली हेल्थ केयर मेटावर्स में होगी। तो जो अभी हम अपनी सोसाइटी में कंस्ट्रेंट देख रहे हैं, मैं आपको एक सिंपल सी एग्जांपल देता हूँ कि एक डॉक्टर लुधियाना में है और कहीं दूर गांव में एक पेशेंट है। अब वो डॉक्टर उस पेशेंट को पॉसिबल नहीं है कि फ़िज़िकली उसको एग्जामिन कर सके या इंटरेक्ट कर सके। तो अगर वो पेशेंट किसी तरह मेटावर्स में लाया जाए और डॉक्टर भी मेटावर्स में हो तो वो फिज़िकल बाउंड्री ख़त्म हो जाएगी। तो ये हमारा एफ़र्ट है कि आने वाले वक्त में हम इस कैंपस से एक बड़ी मूवमेंट शुरू करें, जिससे पंजाब में जो राय साहब ने कहा है, एक तो जो आपने हम अभी प्रॉब्लम बताई है, पंजाब के बच्चे बाहर जा रहे हैं, और आपको ये भी पता है कि पंजाब के जो ज़्यादा बच्चे बाहर जा रहे हैं वो वहाँ पे कोई बहुत अच्छी जॉब नहीं कर रहे हैं, फिज़िकल लेबर ही कर रहे हैं। वो यहाँ पे नहीं करते हैं कि वेजेस कम है, डॉलर नहीं है, या एनवायरनमेंट नहीं है, या शर्म आती है, इन रीज़न से। तो अभी हमारी कोशिश ये है कि अगर हम इस तरह के स्किल, जैसे राय साहब ने भी कहा, जिसे CPD कहते हैं, कि आप 3 महीने का एक मेटावर्स का कोर्स कर लो, आपको अच्छी जॉब मिल जाएगी 50,000 की, उसके बाद वो बढ़ती जाती है। तो दैट इज़ आवर होल एफर्ट टू हेल्प पंजाब इन एजुकेशन, इन बिजनेस इनोवेशन एंड इन स्टार्टअप्स। ये दिस इज़ द होल एफर्ट। See, the whole perspective of internet is changing. If you ask me, metaverse, as simple term to explain, it's a new internet. So when the internet came in, it revolutionized each and every way that we used to handle, the same thing. That is what metaverse is creating. It's a new internet. The way we're going to meet, where we're going to do business, the websites we have, it's going to be more immersive, meaning we are going to actually not only see in a screen, think about you deep diving into the screen. This is the future. And probably what you see on a screen, maybe it doesn't have a smell, it doesn't have a feel. The future is you are able to experience these things. And as rightly highlighted by Dr. Prem, the service industry, it's going to get benefit, especially going in for any kind of consultancy. This all can be done in metaverse, and media industry is getting more and more involved in this as well. Okay, with regards to the program, this is a program where the students are able to finish their first semester here as a CPD modules, and then they progress into the UK. So it's one step into UK already being there in this campus. Please take some time to have a look. Yes, have a look at the lab. We have. This is the only lab in the country, metaverse. Absolutely. So, and the infrastructure in here is as equivalent as what we have in UK, and please do visit the lab, and then you would see what it is. And thank you. Thanks for that. ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus हेयर ऑयल, ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ। हर मेडिकल ਅਤੇ जनरल स्टोर पे उपलब्ध। नाज पंजाबी टीवी के हिंदी बुलेटिन में आपका स्वागत है और मैं हूं मनजीत सिंह रुमाणा।
भारतीय जनता पार्टी के जिला अध्यक्ष रजनीश धीमान की अध्यक्षता में स्थानीय भाजपा के जिला कार्यालय दुगरी में एक बैठक का आयोजन किया गया, जिसमें मुख्य रूप से भाजपा प्रदेश के एक खजांची गुरदेव शर्मा देवी विशेष रूप में शामिल हुए। बैठक में जिला अध्यक्ष रजनीश धीमान ने प्रगट सिंह को दुगरी मंडल का अध्यक्ष व बलविंदर शर्मा को प्रतापनगर मंडल का अध्यक्ष नियुक्त किया। इस अवसर पर जसपाल सिंह को प्रतापनगर मंडल का महासचिव नियुक्त किया गया। बैठक में नगर निगम चुनावों की तैयारियों पर चर्चा के साथ साथ इस दौरान संगठनात्मक मुद्दों को लेकर चर्चा की गई। भाजपा जिला अध्यक्ष रजनीश धीमान ने कहा कि मंडल प्रधान व भाजपा के सीनियर कार्यकर्ता सभी कार्यकर्ताओं के घर प्रवास करें, शक्ति केंद्र व बूथों पर पूरी संरचना पूरी करें। इस अवसर पर भाजपा के जिला महामंत्री नरेंद्र सिंह मल्ली, जिला उपाध्यक्ष विधानसभा आत्मनगर के प्रभारी जशपाल जनोत्रा, डॉक्टर निर्मल नैयर, मनीष चोपड़ा, जिला सचिव दीपक गोयल, अंकित बत्रा, प्रवक्ता सुरेंद्र कौशल, राजेश्वरी गोसाई, संतोष विज, राज गर्ग, लखविंदर सिंह, विजय बंसल, विभोर गर्ग, दविंदर रावत, ललित गर्ग, हकीकत बसी, श्याम सुंदर, भास्कर, कुणाल शर्मा, राजीव शर्मा, प्रिंस शर्मा, डिम्पल आदि मौजूद थे।